हाँ जी, पशु पालक वीरो सारे सत श्री अकाल जी। अपना विषय चल रहा ਸੀ जी ਗਾਵਾਂ ਦੇ ਮੱਝਾਂ ਦੇ ਵਿੱਚ ਜਿਹੜੀ ਸਮੱਸਿਆ ਆਉਂਦੀ ਹੈ ਵੀ ਪਸ਼ੂ ਬੋਲਦੇ ਨਹੀਂ ਜਾਂ ਰਹਿੰਦੇ ਨਹੀਂ। ਅੱਜ ਆਪਾਂ ਇਸ ਵਿਸ਼ੇ ਬਾਰੇ ਮੋਟੀਆਂ-ਮੋਟੀਆਂ ਗੱਲਾਂ ਦੁਆਰਾ ਸਾਰੀਆਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਾਂ ਇੱਕ ਵਾਰੀ ਦੁਆਰਾ ਕਰਾਂਗੇ ਚੰਗੀ ਤਰ੍ਹਾਂ, ਕਿਉਂਕਿ ਬਹੁਤ ਸਾਰੇ ਸਵਾਲ ਆਏ ਹੋਏ ਆ। ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ, ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ। ਦੇਖੋ, ਜਿਹੜੀਆਂ ਝੋਟੀਆਂ ਬੈੜੀਆਂ 'ਚ ਬੋਲਣ ਦੀ ਸਮੱਸਿਆ ਸੀ, ਉਹਦੇ ਬਾਰੇ ਦੋ ਗੱਲਾਂ ਬੜੀਆਂ ਸਪਸ਼ਟ ਨੇ ਵੀ ਇਹ ਜਿਹੜੀ ਸਮੱਸਿਆ ਆਉਂਦੀ ਹੈ ਝੋਟੀਆਂ ਬੈੜੀਆਂ 'ਚ ਬੋਲਦੀਆਂ ਨਹੀਂ ਹੈਗੀਆਂ। ਮੇਨ ਆਪਾਂ ਇਹ ਗੱਲ ਕਹੀ ਸੀ ਵੀ ਖੁਰਾਕੀ ਤੱਤਾਂ ਦੀ ਘਾਟ ਹੁੰਦੀ ਹੈ, ਪਰ ਤੁਸੀਂ ਇਹ ਸਮਝ ਲਓ ਵੀ ਖੁਰਾਕੀ ਤੱਤਾਂ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਵੀ ਵਿਟਾਮਿਨ ਜਾਂ ਮਿਨਰਲ ਦੀ ਘਾਟ ਹੁੰਦੀ ਹੈ। ਇਹਦੇ ਵਿੱਚ ਊਰਜਾ ਦੀ ਅਤੇ ਪ੍ਰੋਟੀਨ ਦੀ ਵੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ। ਇਸ ਕਰਕੇ ਜਦੋਂ ਮੈਂ ਗੱਲ ਕਰਦਾ ਵੀ ਤੁਸੀਂ ਦੇਖੋ, ਦੋ ਗੱਲਾਂ ਨੇ ਬੜੀਆਂ ਸਪਸ਼ਟ। ਪਹਿਲੀ ਗੱਲ ਇਹ ਹੈ ਵੀ ਤੁਸੀਂ ਵਧੀਆ ਕੁਆਲਿਟੀ ਦੀ ਹੀਫਰ ਫੀਡ ਦੇ ਸਕਦੇ ਹੋ। ਵਧੀਆ ਕੁਆਲਿਟੀ ਦੀ ਹੀਫਰ ਫੀਡ ਬਹੁਤ ਸਾਰੇ ਚੰਗੇ ਬ੍ਰਾਂਡ ਪੰਜਾਬ 'ਚ ਉਪਲਬਧ ਨੇ, ਹਰਿਆਣੇ 'ਚ ਵੀ ਉਪਲਬਧ ਨੇ, ਆਲੇ ਦੁਆਲੇ ਵੀ ਉਪਲਬਧ ਨੇ। ਦੂਜੇ ਨੰਬਰ 'ਤੇ ਹੈ ਵੀ ਤੁਸੀਂ ਜਿਹੜਾ ਆਪਣਾ ਦੇਸੀ ਨੁਸਖਾ ਹੈ ਉਹ ਵੀ ਵਧੀਆ ਹੈ ਵੀ ਕਣਕ ਜਾਂ ਇੱਕ ਅਨਾਜ ਦਾ ਸੋਰਸ ਕੋਈ ਹੋ ਗਿਆ, ਕਣਕ ਹੋ ਗਿਆ ਜਾਂ ਮੱਕੀ ਹੋ ਗਈ, ਹੈ ਨਾ। ਮੱਕੀ ਅਸੀਂ ਤਾਂ ਮੰਨਦੇ ਹਾਂ, ਮੱਕੀ ਦੇ ਵਿੱਚ ਜਿਹੜੀ ਹੁੰਦੀ ਹੈ ਪ੍ਰੋਟੀਨ ਜਿਹੜੀ ਹੁੰਦੀ ਹੈ ਬਾਈਪਾਸ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਨਾਲ ਉਹਦੇ ਗੁੜ ਜਿਹੜਾ ਹੈਗਾ ਉਹ ਐਨਰਜੀ ਸੋਰਸ ਹੈ, ਊਰਜਾ ਦਾ ਸੋਰਸ ਹੈ। ਅਤੇ ਨਾਲ ਹੀ ਉਹਦੇ ਜਿਹੜੇ ਹੈਗੇ ਬੜੇਵੇਂ, ਅਸੀਂ ਤਾਂ ਕਹਿੰਦੇ ਹਾਂ ਵੀ ਬੜੇਵਿਆਂ ਦੇ ਵਿੱਚ ਤੇਲ ਅਤੇ ਪ੍ਰੋਟੀਨ ਦੋਨੇ ਮਿਲ ਜਾਂਦੇ ਆ। ਅਤੇ ਨਾਲ ਉਹਦੇ ਮਿੱਠਾ ਸੋਡਾ ਆਪਾਂ ਦੱਸਿਆ ਸੀ, ਹੈ ਨਾ। ਇਹ ਚੀਜ਼ਾਂ ਜਦੋਂ ਪਸ਼ੂ ਪਾਲਕ ਹਲੇ ਵੀ ਬਹੁਤ ਸਾਰੇ ਪੁੱਛਦੇ ਆ ਨਾ ਮੇਰੇ ਤੋਂ ਵੀ ਗਰਮ ਠੰਡੀਆਂ। ਦੇਖੋ, ਗਰਮ ਵਾਲੀ ਗੱਲ ਨਹੀਂ ਹੈਗੀ। ਪਸ਼ੂ ਨੂੰ ਊਰਜਾ ਅਤੇ ਪ੍ਰੋਟੀਨ ਦਾ ਸੰਤੁਲਿਤ ਮਿਸ਼ਰਣ ਦਿੱਤੇ ਬਿਨਾਂ ਇਹ ਸਮੱਸਿਆ ਹੱਲ ਨਹੀਂ ਹੁੰਦੀ ਹੈਗੀ। ਇਹਦਾ ਜਿਸ ਤੁਹਾਨੂੰ ਇਹ ਲੱਗਦਾ ਵੀ ਚੀਜ਼ਾਂ ਇਹ ਕੋਈ ਤੁਹਾਡੇ ਦਿਮਾਗ 'ਚ ਵਹਿਮ ਹੈ, ਤਾਂ ਤੁਸੀਂ ਵਧੀਆ ਕੁਆਲਿਟੀ ਦੀ ਹੀਫਰ ਫੀਡ ਦੇ ਸਕਦੇ ਹੋ। ਖਰਚਾ ਦੋਨਾਂ ਦਾ ਹੀ ਬਰਾਬਰ ਦਾ ਪੈਂਦਾ ਹੈਗਾ, ਉਹ 'ਚ ਖਰਚੇ 'ਚ ਕੋਈ ਫਰਕ ਨਹੀਂ ਹੈਗਾ। ਉਦੋਂ ਬਾਅਦ ਦੇਖੋ ਜਿਹੜੀ ਹੈਗੀ ਡਰਾਈ ਫੀਡ ਬਾਰੇ ਦੇਖੋ, ਲੋਕਾਂ ਨੇ ਡਰਾਈ ਫੀਡ ਦੇਖੋ। ਡਰਾਈ ਫੀਡ ਦਾ ਮਤਲਬ ਇਹ ਹੁੰਦਾ ਹੈ ਵੀ ਸੂਣ ਤੋਂ ਜੇ ਅਸੀਂ 60 ਦਿਨ ਪਹਿਲਾਂ, ਮਤਲਬ ਕਿ 2 ਮਹੀਨੇ ਪਹਿਲਾਂ ਪਸ਼ੂ ਨੂੰ ਦੁੱਧ ਛੱਡਣ ਤੋਂ ਬਾਅਦ 40 ਦਿਨ ਤੱਕ ਡਰਾਈ ਫੀਡ ਦਿੰਦੇ ਹਾਂ, 40-45 ਦਿਨ ਤੱਕ, ਤਾਂ ਉਹਦੇ ਨਾਲ ਜਿਹੜੀ ਪਸ਼ੂ ਦੀ ਇੱਕ ਤਾਂ ਦੇਖੋ ਬੱਚੇ ਦੀ ਜਿਹੜੀ ਅੰਦਰ ਬੱਚਾ ਜਿਹੜਾ ਉਹਦਾ ਵਜ਼ਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੁੰਦਾ ਹੈਗਾ। ਦੂਜੀ ਗੱਲ 'ਤੇ ਜਿਹੜੀ ਇਹਦਾ ਮਤਲਬ ਕੀ ਹੁੰਦਾ ਵੀ ਇਹ ਸਪੈਸ਼ਲਾਈਜ਼ਡ ਜਿਹੜੀ ਫੀਡਿੰਗ ਹੈ ਉਹ ਤਾਂ ਜ਼ਰੂਰੀ ਹੈ ਵੀ ਜੇ ਅਸੀਂ ਚਾਹੁੰਦੇ ਹਾਂ ਵੀ ਪਸ਼ੂ ਦਾ ਸੂਆ ਸਹੀ ਪਵੇ, ਕਿਉਂਕਿ ਅਗਲੇ ਸੂਏ ਵਾਸਤੇ ਪਸ਼ੂ ਤਾਂ ਹੀ ਸਹੀ ਤਿਆਰ ਹੋਊਗਾ ਜੇ ਪਹਿਲਾ ਸੂਆ ਸਹੀ ਪਊਗਾ। ਤਾਂ ਉਹਦੇ ਵਾਸਤੇ ਡਰਾਈ ਫੀਡ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲਾਂ 40 ਦਿਨ ਆਪਾਂ ਕਹਿੰਦੇ ਡਰਾਈ ਫੀਡ ਅਤੇ 20 ਦਿਨ ਟ੍ਰਾਂਜੀਸ਼ਨ ਫੀਡ। ਜਿਹੜਾ ਇਹ 2 ਮਹੀਨੇ ਹੈਗਾ, ਦੇਖੋ ਇਹਦੇ ਬਾਰੇ ਬਹੁਤ ਸਾਰੇ ਪਸ਼ੂ ਪਾਲਕ ਹਰੇ ਵੀ ਸਵਾਲ ਪੁੱਛਦੇ ਰਹਿੰਦੇ ਹੈ। ਇਹਦੇ ਬਾਰੇ ਕੋਈ ਤੁਹਾਡੇ ਮਨ ਦੇ ਵਿੱਚ ਸ਼ੰਕਾ ਨਹੀਂ ਹੋਣੀ ਚਾਹੀਦੀ ਵੀ ਸੂਣ ਤੋਂ 2 ਮਹੀਨੇ ਪਹਿਲਾਂ ਅਸੀਂ ਪਸ਼ੂ ਦੀ ਜਿਹੜੀ ਸੇਵਾ ਕਰਨੀ ਹੈ ਉਹ ਤਰੀਕੇ ਨਾਲ ਕਰਨੀ ਹੈ, ਅੱਖਾਂ ਮੀਚ ਕੇ ਨਹੀਂ ਕਰਨੀ ਹੈਗੀ। ਕਿਉਂਕਿ ਬਹੁਤ ਸਾਰੇ ਪਸ਼ੂ ਪਾਲਕ ਜਿਹੜੇ ਤੇਲ ਜਾਂ ਘਿਓ ਹਲੇ ਵੀ ਦਿੰਦੇ ਰਹਿੰਦੇ ਆ, ਉਹਦੇ ਨਾਲ ਕੀ ਹੁੰਦਾ ਹੈ ਵੀ ਫੈਟੀ ਲਿਵਰ ਦੀ ਪ੍ਰੋਬਲਮ ਚੰਗੀਆਂ ਗਾਵਾਂ 'ਚ ਜਾਂ ਚੰਗੀਆਂ ਮੱਝਾਂ 'ਚ ਬਹੁਤ ਜ਼ਿਆਦਾ ਆਉਂਦੀ ਹੈ। ਔਰ ਫੈਟੀ ਲਿਵਰ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦੇ ਵਿੱਚ ਫਿਰ 10 ਬਿਮਾਰੀਆਂ ਪਸ਼ੂ ਨੂੰ ਹੋਰ ਲੱਗ ਜਾਂਦੀਆਂ ਅਤੇ ਜਿਹੜਾ ਕਿ ਰਿਪੀਟ ਬਰੀਡਿੰਗ ਦਾ ਕਾਰਨ ਬਣਦੀ ਹੈ। ਸੋ ਇਸ ਕਰਕੇ ਜਿਹੜੀ ਪਸ਼ੂ ਦੀ ਸੰਭਾਲ ਕਰਨੀ ਹੈ ਉਹ ਅਸੀਂ ਪਿਛਲੇ ਸੂਣ ਤੋਂ 2 ਮਹੀਨੇ ਪਹਿਲਾਂ ਤਰੀਕੇ ਨਾਲ ਕਰਨੀ ਹੈ। ਇਹਦੇ ਬਾਰੇ ਆਪਾਂ ਡਰਾਈ ਅਤੇ ਟ੍ਰਾਂਜੀਸ਼ਨ ਫੀਡਿੰਗ ਬਾਰੇ ਇੱਕ ਵੱਖਰਾ ਲੈਕਚਰ ਵੀ ਲਵਾਂਗੇ ਅਗਲੇ ਮਹੀਨੇ। ਪਰ ਪਹਿਲਾਂ ਇਹਦੇ ਜਿਹੜਾ ਹੈਗਾ ਵੀ ਇਹਦੇ ਰਿਪੀਟ ਬਰੀਡਿੰਗ ਨਾਲ ਕੀ ਲੈਣਾ ਦੇਣਾ, ਉਹਦੇ ਬਾਰੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਕੀ ਹੁੰਦਾ ਮੇਨ ਵੀ ਜਿਹੜਾ ਡਰਾਈ ਫੀਡਿੰਗ ਹੈ ਪਸ਼ੂ ਦੀ, ਉਹ 'ਚ ਅਸੀਂ ਬੜੀ ਕੰਟਰੋਲਡ ਫੀਡਿੰਗ ਕਰਦੇ ਹਾਂ ਵੀ ਬੜੀ ਪਸ਼ੂ ਨੂੰ ਲੋੜ ਅਨੁਸਾਰ, ਜ਼ਰੂਰਤ ਅਨੁਸਾਰ ਹੀ ਖੁਰਾਕ ਦਿੱਤੀ ਜਾਂਦੀ ਹੈ। ਔਰ ਜਿਹੜੀ ਟ੍ਰਾਂਜੀਸ਼ਨ ਫੀਡਿੰਗ ਹੁੰਦੀ ਹੈ ਉਹਨੂੰ ਅਸੀਂ ਪਾਵਰ ਫੀਡਿੰਗ ਵੀ ਕਹਿੰਦੇ ਹਾਂ। ਉਹਦਾ ਮਤਲਬ ਕੀ ਹੁੰਦਾ ਵੀ ਉਸ ਟਾਈਮ ਪਸ਼ੂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਹੁੰਦੀਆਂ, ਉਸ ਟਾਈਮ ਪਸ਼ੂ ਦੀਆਂ ਜ਼ਰੂਰਤਾਂ ਬਹੁਤ ਹੀ ਵੱਖਰੀਆਂ ਹੁੰਦੀਆਂ, ਔਰ ਉਸ ਵੇਲੇ ਪਸ਼ੂ ਨੂੰ ਸਹੀ ਖੁਰਾਕ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਮੈਂ ਬੜੀ ਸਪਸ਼ਟ ਤੁਹਾਨੂੰ ਕਹਿ ਦਿੰਦਾ, ਜੇ ਕਿਸੇ ਦੇ ਮਨ 'ਚ ਵਹਿਮ ਹੈ ਤਾਂ ਉਹ ਕੱਢ ਲਓ ਵੀ ਸੰਤੁਲਿਤ ਖੁਰਾਕ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।
ਸੂਣ ਤੋਂ ਪਹਿਲਾਂ ਤੇਲ, ਘਿਓ, ਕੈਲਸ਼ੀਅਮ, ਵਿਟਾਮਿਨ ਐਚ ਵਾਲੀਆਂ ਢੋਲੀਆਂ ਜਾਂ ਹੋਰ ਕੈਲਸ਼ੀਅਮ ਵਾਲਾ ਜੋ ਵੀ ਅਸੀਂ ਇਹ ਦਿੰਦੇ ਹਾਂ ਲੱਲਾ ਭੱਬਾ, ਇਹ ਸਮੇਂ ਦੀ ਅਤੇ ਪੈਸੇ ਦੀ ਬਰਬਾਦੀ ਹੈ। ਦੇਖੋ ਤੁਸੀਂ ਸੁਣ ਨਹੀਂ ਰਹੇ ਹੋ, ਬਹੁਤ ਸਾਰੇ ਪਸ਼ੂ ਪਾਲਕਾਂ ਨੇ ਮੈਨੂੰ ਫੋਨ ਕਰਕੇ ਵੀ ਦੱਸਿਆ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਦੁੱਧ ਦੇ ਕਾਰਟ ਵੀ ਲਾਉਣੀ ਸ਼ੁਰੂ ਕਰਤੀ ਵੀ ਜੇ ਤੁਹਾਡਾ ਅਸੀਂ 10 ਕੁਇੰਟਲ ਚੱਕਦੇ ਹਾਂ ਤਾਂ ਅਸੀਂ ਅਗਲੇ ਮਹੀਨੇ ਤੋਂ 20% ਘੱਟ ਚੱਕਾਂਗੇ। ਬਹੁਤ ਸਾਰੇ ਪਸ਼ੂ ਪਾਲਕਾਂ ਦੇ ਫੋਨ ਆ ਰਹੇ ਆ। ਸੋ ਇਸ ਕਰਕੇ ਸਾਨੂੰ ਹੁਣ ਅੱਖਾਂ ਮੀਚ ਕੇ ਚੱਲਣਾ ਇਸ ਧੰਦੇ 'ਚ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਸੋ ਜਿੰਨਾ ਅਸੀਂ ਆਪਣੇ ਹੱਥ 'ਚ ਉਹ ਤਾਂ ਕਰੀਏ, ਜਿਹੜਾ ਸਰਕਾਰਾਂ ਦੇ ਹੱਥ 'ਚ ਉਹ ਸਰਕਾਰਾਂ ਨੇ ਕਰਨਾ। ਸੋ ਇਸ ਕਰਕੇ ਆਪਾਂ ਜਿਹੜੇ ਵੀਰ ਹਲੇ ਤੱਕ ਇਲਾਜ ਤੋਂ ਪਰਹੇਜ਼ ਵੱਲ ਨਹੀਂ ਤੁਰੇ, ਇਹ ਸਹੀ ਸਮਾਂ ਵੀ ਅਸੀਂ ਇਲਾਜ ਤੋਂ ਪਰਹੇਜ਼ ਵੱਲ ਤੁਰੀਏ, ਕਿਉਂਕਿ ਪਰਹੇਜ਼ ਦਾ ਖਰਚਾ ਜਿਹੜਾ ਹੁੰਦਾ, ਜੋ ਅਸੀਂ ਬਿਮਾਰੀ ਤੋਂ ਪਹਿਲਾਂ ਖਰਚਾ ਕਰਦੇ ਹਾਂ ਤਾਂ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਅਸੀਂ ਬਿਨਾਂ ਮਤਲਬ ਕਰ ਰਹੇ ਹਾਂ, ਪਰ ਪਰਹੇਜ਼ ਦਾ ਖਰਚਾ ਇਲਾਜ ਦੇ ਖਰਚੇ ਨਾਲੋਂ ਹਮੇਸ਼ਾ ਹੀ 20 ਪੈਸੇ ਹੁੰਦਾ, ਸਿਰਫ 20% ਤੋਂ ਵੱਧ ਨਹੀਂ ਹੁੰਦਾ। ਔਰ ਫਾਇਦਾ ਜਿਹੜਾ ਹੁੰਦਾ ਕਈ ਵਾਰੀ ਕਈ ਗੁਣਾ ਜ਼ਿਆਦਾ ਹੁੰਦਾ ਹੈਗਾ। ਉਦੋਂ ਬਾਅਦ ਹੈਗੀ ਸੂਣ ਤੋਂ ਬਾਅਦ। ਦੇਖੋ ਸੂਣ ਤੋਂ ਬਾਅਦ ਮੈਂ ਪਹਿਲਾਂ ਵੀ ਕਹਿੰਦਾ ਨਾ, ਸਭ ਤੋਂ ਪਹਿਲਾਂ ਦੇਖੋ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਵੀ ਪਸ਼ੂ ਦੀ ਜੇਰ ਸਹੀ ਪੈ ਜੇ। ਉਹਦੇ ਵਾਸਤੇ ਜਿਹੜੀ ਆਪਾਂ ਇਹ ਡਰਾਈ ਫੀਡਿੰਗ ਤੇ ਟ੍ਰਾਂਜੀਸ਼ਨ ਫੀਡਿੰਗ ਕਰਦੇ ਹਾਂ। ਦੂਜੇ ਨੰਬਰ 'ਤੇ ਜਦੋਂ ਸਾਡਾ ਪਸ਼ੂ ਸੂ ਪਿਆ, ਮੈਂ ਇਹ ਗੱਲ ਤੁਹਾਨੂੰ ਕਹਿਣਾ ਬੜੀ ਜ਼ਰੂਰੀ, ਇਹ ਗੱਲ ਦੀ ਧਿਆਨ ਰੱਖਣਾ ਹੁੰਦਾ ਹੈ। ਬੜੀ ਛੋਟੀ ਜਿਹੀ ਗੱਲ ਹੈ ਇਹ, ਪਰ ਇਹ ਬਹੁਤ ਹੀ ਜ਼ਰੂਰੀ ਹੈ ਵੀ ਤੁਸੀਂ 5 ਦਿਨ ਤੱਕ, ਸੂਣ ਤੋਂ ਬਾਅਦ 5 ਦਿਨ ਤੱਕ ਪਸ਼ੂ ਦਾ ਸਵੇਰੇ ਸ਼ਾਮ ਟੈਂਪਰੇਚਰ ਜ਼ਰੂਰ ਚੈੱਕ ਕਰਨਾ, ਕਿਉਂਕਿ ਪਹਿਲੇ 5 ਦਿਨ ਜੇ ਅਸੀਂ ਪਸ਼ੂ ਦਾ ਟੈਂਪਰੇਚਰ ਚੈੱਕ ਕਰਦੇ ਰਹੀਏ, ਤਾਪਮਾਨ ਚੈੱਕ ਕਰਦੇ ਰਹੀਏ, ਉਹ ਵੀ ਸਵੇਰ ਵੇਲੇ ਅਤੇ ਸ਼ਾਮ ਵੇਲੇ, ਮਤਲਬ ਜਿਵੇਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ। ਇਹ ਇੱਕ ਬੜੀ ਸਿੰਪਲ ਜੀ ਐਡੀ ਕੁ ਚੀਜ਼ ਹੈ। ਜੇ ਤੁਸੀਂ ਆਪ ਥਰਮਾਮੀਟਰ ਲੈ ਕੇ ਪਸ਼ੂ ਦਾ ਬੁਖਾਰ ਚੈੱਕ ਕਰਦੇ ਹੋ ਤਾਂ ਜਿਹੜੀਆਂ 2 ਵੱਡੀਆਂ ਸਮੱਸਿਆਵਾਂ ਉਸ ਟਾਈਮ ਆਉਂਦੀਆਂ, ਬੱਚੇਦਾਨੀ ਦੀ ਇਨਫੈਕਸ਼ਨ ਅਤੇ ਲੇਵੇ ਦੀ ਇਨਫੈਕਸ਼ਨ, ਜਿਹੜੀ ਮੈਟਰਾਈਟਸ ਜਾਂ ਮੈਸਟਾਈਟਸ, ਉਹ ਹੋਣ ਤੋਂ 2 ਦਿਨ 3 ਦਿਨ ਪਹਿਲਾਂ ਹੀ ਪਸ਼ੂ ਨੂੰ ਬੁਖਾਰ ਆਉਣਾ ਸ਼ੁਰੂ ਹੋ ਜਾਂਦਾ। ਔਰ ਇਸ ਸਮੇਂ ਜੇ ਪਸ਼ੂ ਨੂੰ ਇਹ ਕਿਹਾ ਜਾਂਦਾ ਵੀ ਪਹਿਲੇ ਸੂਣ ਤੋਂ ਬਾਅਦ ਪਹਿਲੇ 45 ਦਿਨਾਂ ਦੇ ਵਿੱਚ ਅਗਰ ਇਹਨਾਂ ਦੋਨਾਂ 'ਚੋਂ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਮੰਨ ਕੇ ਚੱਲੋ ਵੀ ਤੁਹਾਡਾ ਪੂਰਾ ਸੂਆ ਖਰਾਬ ਹੋ ਸਕਦਾ। ਔਰ ਦੂਜੀ ਗੱਲ, ਜਿਹੜਾ ਇਹ ਮੌਸਮ ਹੈ, ਇਹ ਮੌਸਮ ਹੈ ਹੀ ਬੜਾ ਸਟ੍ਰੈਸ ਵਾਲਾ। ਦੇਖੋ ਇੱਕ ਤਾਂ ਮਹਾਮਾਰੀ ਵੀ ਫੈਲੀ ਵੀ ਹੈ, ਦੂਜਾ ਗਰਮੀ ਦਾ ਪ੍ਰਕੋਪ ਵੀ ਬਹੁਤ ਜ਼ਿਆਦਾ ਹੈ, ਹੁਮਸ ਬਹੁਤ ਜ਼ਿਆਦਾ ਹੋਈ ਵੀ ਹੈ। ਇਸ ਕਰਕੇ ਜਿਹੜੇ ਪਸ਼ੂ ਅੱਜ ਕੱਲ੍ਹ ਸੂ ਰਹੇ ਹੈ, ਤੁਸੀਂ ਉਹਨਾਂ ਦਾ 5 ਦਿਨ ਤੱਕ ਸਵੇਰੇ ਸ਼ਾਮ ਬੁਖਾਰ ਜ਼ਰੂਰ ਚੈੱਕ ਕਰਨਾ ਹੈਗਾ। ਦੂਜੇ ਨੰਬਰ 'ਤੇ ਦੇਖੋ ਕੁਛ ਵੀ ਸਾਡੇ ਸ਼ਿਕਾਇਤ ਕਰਦੇ ਆ ਵੀ ਜਦੋਂ ਪਸ਼ੂ ਪਹਿਲੀ ਵਾਰ ਹੀਟ 'ਚ ਆਉਂਦਾ ਤਾਂ ਕਈ ਵਾਰ ਅਸੀਂ ਦੇਖਦੇ ਹਾਂ ਵੀ ਤਾਰਾਂ ਸਾਫ਼ ਨਹੀਂ ਹੁੰਦੀਆਂ ਹੈਗੀਆਂ। ਔਰ ਜਦੋਂ ਤਾਰਾਂ ਸਾਫ਼ ਨਹੀਂ ਹੁੰਦੀਆਂ ਤਾਂ ਬਹੁਤ ਸਾਰੇ ਪਸ਼ੂ ਪਾਲਕ ਅਕਸਰ ਹੀ ਸੂਣ ਤੋਂ 20, 25, 30 ਦਿਨਾਂ ਬਾਅਦ, 35 ਦਿਨਾਂ ਬਾਅਦ ਬਹੁਤ ਸਾਰੇ ਪਸ਼ੂ ਪਾਲਕ ਦਵਾਈ ਭਰਾਉਣ ਵੱਲ ਭੱਜਦੇ ਆ। ਦੇਖੋ ਜਿਹੜੀ ਪਹਿਲੀ ਹੀਟ ਹੁੰਦੀ ਹੈ, ਪਹਿਲੀ ਹੀਟ 'ਤੇ ਬੱਚੇਦਾਨੀ ਦੀ ਕੁਦਰਤੀ ਤੌਰ 'ਤੇ ਸਫਾਈ ਹੋ ਰਹੀ ਹੁੰਦੀ ਹੈ। ਦੂਜੀ ਗੱਲ, ਪਸ਼ੂ ਦੀ ਭੁੱਖ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਇਸ ਸਮੇਂ 'ਤੇ ਘਟੀ ਹੁੰਦੀ ਹੈ। ਡਰਾਈ ਮੈਟਰ ਪਸ਼ੂ ਰੱਜ ਕੇ ਨਹੀਂ ਖਾਂਦਾ, ਕਿਉਂਕਿ ਜਿਹੜੇ ਰਿਊਮਨ ਦੇ ਜਿਹੜੇ ਐਲਵੀਓਲਾਈ ਹੈ ਉਹਨਾਂ ਦਾ ਜਿਹੜਾ ਸਾਈਜ਼ ਹੁੰਦਾ ਹੈ ਉਹ ਘਟਿਆ ਹੁੰਦਾ। ਇਸ ਕਰਕੇ ਜਿਹੜੀ ਹੁੰਦੀ ਹੈ ਪਸ਼ੂ ਦੀ ਭੁੱਖ ਘਟੀ ਹੁੰਦੀ ਹੈ। ਅਸੀਂ ਪਸ਼ੂ ਨੂੰ ਵਧੀਆ ਖੁਰਾਕ ਦੇਣੀ ਹੈ, 24 ਘੰਟੇ ਉਹਦੇ ਅੱਗੇ ਜਿਹੜਾ ਹਰਾ ਚਾਰਾ ਅਤੇ ਫਰੈਸ਼ ਫੀਡ ਵਧੀਆ ਜਿਹੜੀ ਹੈਗੀ, ਜਿਹੜੀ ਤੁਸੀਂ ਪਸ਼ੂ ਪਾਲਣ ਜਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਮਾਹਰ ਨਾਲ ਬਣਾਈ, ਉਹਦੇ ਅੱਗੇ ਰੱਖਣੀ ਹੈ, ਤਾਂ ਕਿ ਪਸ਼ੂ ਦੀ ਕੁਦਰਤੀ ਤੌਰ 'ਤੇ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਉਹ ਬਣੀ ਰਵੇ, ਔਰ ਅੰਦਰੋਂ ਜਿਹੜਾ ਸਰੀਰ ਹੈ ਉਹਦਾ ਬੱਚੇਦਾਨੀ ਦੀ ਸਫਾਈ ਕਰ ਸਕੇ। ਇਹ ਟਾਈਮ 'ਤੇ ਕਈ ਵਾਰੀ ਜੇ ਅਸੀਂ ਕੋਈ ਵੀ ਇਰੀਟੈਂਟ ਮੈਡੀਸਨ, ਜੇ ਅਸੀਂ ਪਹਿਲੇ 40-45 ਦਿਨਾਂ ਜਦੋਂ ਪਹਿਲੀ ਵਾਰ ਅਸੀਂ ਹੀਟ ਦੇਖਦੇ ਹਾਂ ਜਾਂ ਹੀਟ ਆਉਂਦੀ ਹੈ, ਅਗਰ ਅਸੀਂ ਕੋਈ ਵੀ ਇਰੀਟੈਂਟ ਮੈਡੀਸਨ ਜਿਹੜੀ ਕਿ ਯੂਟਰਸ ਨੂੰ ਜਾਂ ਬੱਚੇਦਾਨੀ ਨੂੰ ਇਰੀਟੇਟ ਕਰਦੀ ਹੈ ਜਾਂ ਲੜਦੀ ਹੈ ਅੰਦਰ ਜਾ ਕੇ, ਉਹ ਕਈ ਵਾਰੀ ਇਸ ਸਮੇਂ 'ਤੇ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ। ਸੋ ਜੇ ਤੁਹਾਡੀ ਖੁਰਾਕ ਇਸ ਵੇਲੇ ਸਹੀ ਹੋਊਗੀ, ਪ੍ਰਬੰਧਨ ਸਹੀ ਹੋਊਗਾ, ਪਸ਼ੂ ਦਾ ਮੈਨੇਜਮੈਂਟ ਸਹੀ ਹੋਊਗੀ, ਤਾਂ ਤੁਸੀਂ ਆਪ ਦੇਖੋਗੇ ਵੀ ਜਦੋਂ ਤੱਕ ਪਸ਼ੂ ਦੀ ਦੂਜੀ ਹੀਟ ਆਏਗੀ 20-25 ਦਿਨਾਂ ਬਾਅਦ, ਤਾਂ ਜਿਹੜੀਆਂ ਤਾਰਾਂ ਹੁੰਦੀਆਂ ਉਹ ਆਪਣੇ ਆਪ ਸਾਫ਼ ਹੋ ਜਾਂਦੀਆਂ।
सो इस करके बिना मतलब ਜਿਹੜੀਆਂ ਇੰਟਰਾ ਯੂਟਰਾਈਨ ਮੈਡੀਸਨਸ ਨੇ ਸਾਨੂੰ ਉਹਦੇ ਵੱਲ ਨਹੀਂ ਭੱਜਣਾ ਚਾਹੀਦਾ। ਜੇ ਤੁਹਾਡੀ ਖੁਰਾਕ ਤੇ ਪ੍ਰਬੰਧਨ ਠੀਕ ਹੈ ਫਿਰ ਤੁਸੀਂ ਚੀਜ਼ਾਂ ਸੋਚ ਸਕਦੇ ਹੋ ਮਾਹਰ ਦੀ ਸਲਾਹ ਨਾਲ, ਪਰ ਇਹ ਨਹੀਂ ਹੈਗਾ ਵੀ ਅਸੀਂ ਆਦਤ ਹੀ ਬਣਾ ਲਈਏ ਵੀ ਅਸੀਂ ਇੰਟਰਾ ਯੂਟਰਾਈਨ ਜਾਂ ਦਵਾਈ ਅੰਦਰ ਬਿਨਾ ਮਤਲਬ ਭਰਾਉਣੀ ਹੈ। ਕਿਉਂਕਿ ਜੇ ਤੁਹਾਡੀ ਖੁਰਾਕ ਨਹੀਂ ਸਹੀ ਹੈਗੀ ਤਾਂ ਜਿਹੜੇ ਬੱਚੇਦਾਨੀ ਤੇ ਲੇਵੇ ਦੀ ਜਿਹੜੀ ਬਿਮਾਰੀਆਂ ਲੜਨ ਦੀ ਸ਼ਕਤੀ ਹੈ, ਜਿਹਨੂੰ ਯੂਟਰਸ ਤੇ ਅਡਰ ਦੀ ਇਮਿਊਨਿਟੀ ਅਸੀਂ ਕਹਿੰਦੇ ਆ, ਉਹ ਇੰਨੀ ਕੁ ਕਮਜ਼ੋਰ ਹੋਈ ਹੁੰਦੀ ਹੈ ਵੀ ਉਹ ਮਸਲਾ ਤੁਹਾਡਾ ਦਵਾਈ ਭਰਾਉਣ ਨਾਲ ਵੀ ਨਹੀਂ ਹੱਲ ਹੋਣਾ। ਸਭ ਤੋਂ ਜ਼ਰੂਰੀ ਹੁੰਦਾ ਸਹੀ ਖੁਰਾਕ ਪਸ਼ੂ ਨੂੰ 24 ਘੰਟੇ ਮਿਲਦੀ ਰਹੇ, ਕਿਉਂਕਿ ਪਸ਼ੂ ਸਲੋ ਈਟਰਸ ਹੁੰਦੇ ਆ, ਖਾਂਦੇ ਬਹੁਤ ਜ਼ਿਆਦਾ ਸਲੋ ਹੈ। ਦੂਜੇ ਨੰਬਰ 'ਤੇ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੁੰਦਾ ਵੀ ਸਾਡਾ ਪਸ਼ੂ ਇਸ ਸਮੇਂ 'ਤੇ ਨੈਗੇਟਿਵ એનર્ਜੀ ਬੈਲੈਂਸ, ਜਿਹਨੂੰ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਵੀ ਦੁੱਧ ਦੀ ਖਾਰ ਦੇ ਵਿੱਚ ਨਾ ਜਾਵੇ। ਦੁੱਧ ਦੀ ਖਾਰ ਤੋਂ ਬਚਾਉਣ ਦਾ ਦੇਖੋ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੈ, ਸੰਤੁਲਿਤ ਪਸ਼ੂ ਖੁਰਾਕ ਹੈ, ਨਾਲ ਉਹਦੇ ਤੁਸੀਂ ਮਾਹਰ ਦੀ ਸਲਾਹ ਨਾਲ ਜਿਹੜੀ ਹੈਗੀ 10 ਕਿਲੋ ਦੁੱਧ ਪਿੱਛੇ 100 ਗ੍ਰਾਮ ਵਧੀਆ ਕੁਆਲਿਟੀ ਦੀ ਬਾਈਪਾਸ ਫੈਟ ਦੇ ਸਕਦੇ ਹੋ। ਤੀਜੇ ਨੰਬਰ 'ਤੇ ਦੇਖੋ ਲਘੂ ਤੱਤਾਂ ਬਾਰੇ ਬਹੁਤ ਵੀਰ ਪੁੱਛਦੇ ਆ। ਦੇਖੋ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਲਘੂ ਤੱਤ ਜਿਹੜੇ ਹੈਗੇ ਤੁਸੀਂ ਆਪਣੇ ਨੇੜੇ ਦੇ ਪਸ਼ੂ ਪਾਲਣ ਵਿਭਾਗ ਦੇ ਜਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਖੁਰਾਕੀ ਮਾਹਰ ਦੇ ਨਾਲ ਉਹਦੀ ਸਲਾਹ ਦੇ ਨਾਲ ਜਿਹੜੇ ਤੁਹਾਡੇ ਨੇੜੇ ਵਧੀਆ ਉਪਲਬਧ ਨੇ ਉਹ ਲਘੂ ਤੱਤ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਫਿਰ ਤੁਸੀਂ ਮੈਨੂੰ ਵੀ WhatsApp ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਹੁੰਦਾ ਵੀ ਮੈਥੋਂ ਵੀ ਬਹੁਤ ਸਾਰੇ ਫੋਨ ਨਹੀਂ ਸੁਣ ਹੁੰਦੇ, ਚੀਜ਼ਾਂ ਮਿਸ ਹੋ ਜਾਂਦੀਆਂ, ਕਿਉਂਕਿ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਦੇਖਿਆ ਪਿਛਲੇ ਕੁਝ ਸਮੇਂ 'ਚ ਮੈਨੂੰ ਇਹ ਪਤਾ ਲੱਗਿਆ ਵੀ ਬਹੁਤ ਸਾਰੇ ਪਸ਼ੂ ਪਾਲਕਾਂ ਵਾਸਤੇ ਇਹ ਚੀਜ਼ਾਂ ਹਲੇ ਵੀ ਨਵੀਂ ਹੈ। ਸੋ ਇਹਦੇ ਵਿੱਚ ਕੀ ਹੈ ਵੀ ਦੇਖੋ ਮਿਨਰਲ ਮਿਕਸਚਰ ਤੋਂ ਜਿਹੜਾ ਅਗਲਾ ਸਟੈਪ ਹੈ ਸਾਡਾ ਡੇਅਰੀ ਪ੍ਰੀਮਿਕਸ ਦਾ, ਕਿਉਂਕਿ ਦੇਖੋ ਮਿਨਰਲ ਮਿਕਸਚਰ 'ਚ ਅਸੀਂ ਹਮੇਸ਼ਾ ਕਹਿੰਦੇ ਆ ਵੀ ਨਿਊਟ੍ਰੀਸ਼ਨਲ ਵੈਲਿਊ ਲਿਖੀ ਹੁੰਦੀ ਹੈ, ਔਰ ਜਿਹੜਾ ਡੇਅਰੀ ਪ੍ਰੀਮਿਕਸ ਹੁੰਦਾ ਉਹ 'ਚ ਐਲੀਮੈਂਟਲ ਵੈਲਿਊ ਹੁੰਦੀ ਹੈ। ਐਲੀਮੈਂਟਲ ਵੈਲਿਊ ਦਾ ਫਰਕ ਇਹ ਹੁੰਦਾ ਵੀ ਐਲੀਮੈਂਟਲ ਵੈਲਿਊ ਦੇ ਵਿੱਚ ਕੱਲਾ ਜਿਹੜਾ ਮਿਨਰਲ ਹੁੰਦਾ ਉਹਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਵੀ ਇਹ ਮਿਨਰਲ ਕਿੰਨਾ ਹੈ, ਇਹ ਮਿਨਰਲ ਕਿੰਨਾ ਹੈ, ਜਦਕਿ ਮਿਨਰਲ ਮਿਕਸਚਰ 'ਚ ਆਮ ਤੌਰ 'ਤੇ ਜਿਹੜਾ ਮਿਨਰਲ ਮਿਕਸਚਰ ਦਾ ਸਾਲਟ ਹੈ, ਮੰਨ ਲਓ ਅਸੀਂ ਜੇ ਜ਼ਿੰਕ ਹੈ ਤਾਂ ਜ਼ਿੰਕ ਸਲਫੇਟ ਦੀ ਕੈਲਕੂਲੇਸ਼ਨ ਕਰਦੇ ਹਾਂ, ਜਦਕਿ ਡੇਅਰੀ ਪ੍ਰੀਮਿਕਸ ਦੇ ਵਿੱਚ ਅਸੀਂ ਇਹ ਕੈਲਕੂਲੇਸ਼ਨ ਕਰਨੀ ਹੈ ਵੀ ਪਸ਼ੂ ਨੂੰ ਅਵੇਲੇਬਲ ਜ਼ਿੰਕ, ਮਤਲਬ ਕਿ ਕਿੰਨਾ ਜ਼ਿੰਕ ਪਸ਼ੂ ਨੂੰ ਉਪਲਬਧ ਹੋਇਆ। ਸੋ ਦੋਨਾਂ ਚੀਜ਼ਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ, ਔਰ ਸਭ ਤੋਂ ਵਧੀਆ ਇਹੀ ਹੈ ਜੇ ਤੁਸੀਂ ਖੁਰਾਕੀ ਮਾਹਰ ਦੀ ਸਲਾਹ ਦੇ ਨਾਲ ਫੀਡ ਦੇ ਵਿੱਚ ਜਾਂ ਟੌਪ ਡਰੈਸਿੰਗ 'ਚ ਹਰ ਰੋਜ਼ ਜੇ ਤੁਸੀਂ ਪਾ ਸਕਦੇ ਹੋ ਡਾਈ ਕੈਲਸ਼ੀਅਮ ਫਾਸਫੇਟ DCP ਪਾਊਡਰ, ਕੈਲਸਾਈਟ ਤੇ ਲਘੂ ਤੱਤਾਂ ਦਾ ਮਿਸ਼ਰਣ ਜਿਹੜਾ ਹੈਗਾ। ਲਘੂ ਤੱਤਾਂ ਦਾ ਮਿਸ਼ਰਣ ਮੈਂ ਆਮ ਤੌਰ ਤੇ ਦੱਸ ਦਿੰਦਾ ਵੀ ਜ਼ਿੰਕ, ਕਾਪਰ, ਕੋਬਾਲਟ, ਮੈਗਨੀਜ਼, ਆਇਓਡੀਨ, ਆਇਰਨ, ਕ੍ਰੋਮੀਅਮ ਤੇ ਸਲੀਨੀਅਮ, ਇਹ 8 ਤੱਤਾਂ ਦੀ ਜਿਹੜੀ ਔਸਤਨ ਡੋਜ਼ ਹੁੰਦੀ ਹੈ ਤਕਰੀਬਨ ਉਹ 10 ਗ੍ਰਾਮ ਦੇ ਕਰੀਬ ਰੋਜ਼ ਦੀ ਹੁੰਦੀ ਹੈ। ਲਘੂ ਤੱਤ ਪੰਜਾਬ ਦੇ ਹਰ ਛੋਟੇ ਤੋਂ ਛੋਟੇ, ਵੱਡੀ ਤੋਂ ਵੱਡੀ ਫੀਡ ਫੈਕਟਰੀ 'ਚ ਉਪਲਬਧ ਨੇ, ਔਰ ਬਹੁਤੇ ਲਘੂ ਤੱਤ ਜਿਹੜੇ ਫੀਡ ਫੈਕਟਰੀਆਂ 'ਚ ਮਿਲਦੇ ਆ ਉਹ ਚੰਗੀਆਂ ਕੰਪਨੀਆਂ ਦੇ ਹੀ ਹੁੰਦੇ ਆ। ਇਸ ਕਰਕੇ ਆਪਾਂ ਇਹਦੇ ਬਾਰੇ ਬਹੁਤ ਜ਼ਿਆਦਾ ਭਰਮ ਨਾ ਪਾ ਲਈਏ। ਇਹਨਾਂ ਦੀ ਪੈਕਿੰਗ ਹਮੇਸ਼ਾ ਹੀ 25 ਕਿਲੋ ਦੀ ਆਉਂਦੀ ਹੈ। ਤੁਸੀਂ ਆਪਣੀ ਫੀਡ ਫੈਕਟਰੀ ਦੇ ਵਿੱਚ ਜਾ ਕੇ ਫੀਡ ਫੈਕਟਰੀ ਦਾ ਜਿਹੜਾ ਮਾਲਕ ਹੈ ਉਹਦੀ ਸਲਾਹ ਦੇ ਨਾਲ ਜਾਂ ਖੁਰਾਕੀ ਮਾਹਰ ਦੇ ਨਾਲ ਜਾਂ ਪਸ਼ੂ ਪਾਲਣ ਵਿਭਾਗ ਦੇ ਮਾਹਰ ਦੀ ਸਲਾਹ ਦੇ ਨਾਲ ਤੁਸੀਂ ਇਹ ਲੈ ਸਕਦੇ ਹੋ। 10 ਗ੍ਰਾਮ ਦੇ ਹਿਸਾਬ ਨਾਲ ਰੋਜ਼ ਇਹ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਜੇ ਤੁਸੀਂ ਇਹ 10 ਗ੍ਰਾਮ ਰੋਜ਼ ਦਿੰਦੇ ਹੋ ਤੁਹਾਨੂੰ ਮਿਨਰਲ ਮਿਕਸਚਰ ਤੋਂ ਜਿਹੜਾ ਖਰਚਾ ਹੋਏਗਾ ਬਹੁਤ ਘੱਟ ਪਏਗਾ। ਦੂਜੀ ਗੱਲ ਹੈ ਜਿਹੜੇ ਇਹ ਖੁਰਾਕੀ ਤੱਤਾਂ ਦੀ ਰੇਸ਼ੋ ਇਸ ਤਰ੍ਹਾਂ ਸੈੱਟ ਕੀਤੀ ਜਾਂਦੀ ਹੈ ਵੀ 8 ਤੋਂ 10 ਗ੍ਰਾਮ ਦੇ ਵਿੱਚ ਜਿਹੜੀਆਂ ਆਮ ਸਾਡੇ 15-20 ਲੀਟਰ ਵਾਲੇ ਪਸ਼ੂ ਨੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ। ਦੇਖੋ ਆਮ ਤੌਰ 'ਤੇ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਵਧੀਆ ਕੁਆਲਿਟੀ ਦਾ ਡੇਅਰੀ ਪ੍ਰੀਮਿਕਸ ਹੈ ਉਹਦੀ ਡੋਜ਼ ਜਿਹੜੀ ਹੈਗੀ ਉਹ 10 ਗ੍ਰਾਮ 1 ਲੀਟਰ ਦੁੱਧ ਪਿੱਛੇ ਚਾਹੀਦੀ ਹੁੰਦੀ ਹੈ, ਪਰ ਜਿਹੜੇ ਲਘੂ ਤੱਤ ਨੇ ਉਹ ਤੁਸੀਂ ਟੋਟਲ ਆਮ ਤੌਰ 'ਤੇ 15-20 ਲੀਟਰ ਵਾਲੇ ਪਸ਼ੂਆਂ ਵਾਸਤੇ 10 ਗ੍ਰਾਮ ਬਹੁਤ ਹੁੰਦੇ ਹੈ। ਪਰ ਜੇ ਤੁਸੀਂ ਡੇਅਰੀ ਪ੍ਰੀਮਿਕਸ ਦੇ ਰਹੇ ਹੋ ਤਾਂ ਇਹ ਧਿਆਨ ਰੱਖੋ ਵੀ ਜਿਹੜੇ ਤੁਹਾਨੂੰ ਬਹੁਤ ਸਾਰੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਜੀ ਇਹ ਚਲੇਟਡ ਹੈ ਤਾਂ 25 ਗ੍ਰਾਮ ਦੇਣਾ ਹੈ, ਇਹ 30 ਗ੍ਰਾਮ ਦੇਣਾ ਹੈ, ਇਹਦੇ ਨਾਲ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ। ਸਭ ਤੋਂ ਵਧੀਆ ਤਰੀਕਾ ਕੀ ਹੈ ਵੀ 10 ਲੀਟਰ ਵਾਲੇ ਦੁੱਧ ਵਾਲੇ ਪਸ਼ੂ ਨੂੰ ਜਿਹੜਾ 100 ਗ੍ਰਾਮ ਡੇਅਰੀ ਪ੍ਰੀਮਿਕਸ ਮਿਲਣਾ ਚਾਹੀਦਾ ਹੈ
20 ਲੀਟਰ ਵਾਲੇ ਦੁੱਧ ਨੂੰ 200 ਗ੍ਰਾਮ ਡੇਅਰੀ ਪ੍ਰੀਮਿਕਸ ਮਿਲਣਾ ਚਾਹੀਦਾ। ਔਰ ਜੇ ਇਦੋਂ ਜ਼ਿਆਦਾ ਵਾਲੇ ਪਸ਼ੂ ਨੇ ਸਾਡੇ ਕੋਲੇ ਤਾਂ ਉਹਦੇ ਮੁਤਾਬਕ ਜਿਹੜੀ ਖੁਰਾਕ ਦੀ ਸੈਟਿੰਗ ਹੈ ਉਹਦੇ ਮੁਤਾਬਕ ਕਰਨੀ ਪਊਗੀ। ਆਮ ਤੌਰ ਤੇ ਬਹੁਤ ਸਾਰੇ ਪਸ਼ੂ ਪਾਲਕ ਇਹ ਸ਼ਿਕਾਇਤ ਕਰਦੇ ਹੈ ਵੀ ਸੂਣ ਤੋਂ ਬਾਅਦ ਅਸੀਂ ਮਿਨਰਲ ਮਿਕਸਚਰ ਵੀ ਲਗਾਤਾਰ ਪਾ ਰਹੇ ਹਾਂ ਜੀ, ਪਰ ਸਾਡੇ ਜਿਹੜੇ ਪਸ਼ੂ ਹੈ ਉਹ ਬੋਲਦੇ ਨਹੀਂ ਜਾਂ ਰਹਿੰਦੇ ਨਹੀਂ ਹੈਗੇ। ਪਹਿਲੀ ਗੱਲ ਇਹ ਧਿਆਨ ਰੱਖੋ ਵੀ ਇਕੱਲੇ ਮਿਨਰਲ ਮਿਕਸਚਰ ਦੀ ਗੱਲ ਨਹੀਂ ਹੁੰਦੀ, ਸਹੀ ਡੋਜ਼ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਸਹੀ ਡੋਜ਼ ਦਾ ਮੋਟਾ ਜਿਹਾ ਫਾਰਮੂਲਾ ਇਹੀ ਹੈ ਵੀ ਡੇਅਰੀ ਪ੍ਰੀਮਿਕਸ 10 ਗ੍ਰਾਮ 1 ਲੀਟਰ ਦੁੱਧ ਦੇ ਪਿੱਛੇ। ਜੇ 20 ਲੀਟਰ ਵਾਲਾ ਪਸ਼ੂ ਹੈ ਤਾਂ 200 ਗ੍ਰਾਮ ਉਹਨੂੰ ਰੋਜ਼ ਦਾ ਵਧੀਆ ਕੁਆਲਿਟੀ ਦਾ ਡੇਅਰੀ ਪ੍ਰੀਮਿਕਸ ਮਿਲਣਾ ਚਾਹੀਦਾ ਹੈਗਾ, ਉਹਦੇ ਬਿਨਾਂ ਨਹੀਂ ਗੱਲ ਬਣਨੀ ਹੈਗੀ। ਸੋ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ, ਅਖੀਰ ਤੇ ਮੈਂ ਇਹੀ ਕਹੂੰਗਾ ਵੀ ਜਿਹੜੀ ਸੰਤੁਲਿਤ ਖੁਰਾਕ ਹੈ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਦੂਜੇ ਨੰਬਰ 'ਤੇ ਜਦੋਂ ਵੀ ਪਸ਼ੂਆਂ ਦੇ ਵਿੱਚ ਸਮੱਸਿਆ ਆ ਰਹੀ ਹੈ, ਜਿਵੇਂ ਅੱਜ ਕੱਲ੍ਹ ਐਨਾਪਲਾਜ਼ਮਾ ਦੇ ਥਲੇਰੀਆ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹੈ, ਮੈਂ ਤੁਹਾਨੂੰ ਇਹੀ ਕਹੂੰਗਾ ਵੀ ਆਪਣੇ ਪਸ਼ੂਆਂ ਦੀ ਖੂਨ ਦੀ ਟੈਸਟਿੰਗ ਜ਼ਰੂਰ ਕਰਾਓ। ਜਿੱਥੇ ਅਨੀਮੀਆ ਜਾਂ ਖੂਨ ਦੀ ਕਮੀ ਹੈ, ਜਿਹੜੀ ਕਿ ਆਮ ਤੌਰ 'ਤੇ ਜਿੰਨੇ ਪੰਜਾਬ ਦੇ ਅਸੀਂ ਸੈਂਪਲ ਟੈਸਟ ਕਰਾਉਣੇ ਹੈ, 70% ਪਸ਼ੂ ਜਦੋਂ ਸੈਂਪਲ ਟੈਸਟ ਕਰਾਉਣੇ ਉਹਨਾਂ 'ਚ ਖੂਨ 7 ਜਾਂ 8 ਗ੍ਰਾਮ ਨਿਕਲਦਾ ਹੈ, ਤਾਂ ਉਹ ਪਸ਼ੂਆਂ ਦੇ ਵਿੱਚ ਜਿੰਨੀ ਦੇਰ ਖੂਨ ਨਹੀਂ ਪੂਰਾ ਹੁੰਦਾ, 10 ਗ੍ਰਾਮ ਨਹੀਂ ਹੁੰਦਾ, ਉਹ ਪਸ਼ੂਆਂ ਨੇ ਕਦੇ ਵੀ ਸਾਨੂੰ ਪੂਰਾ ਫਾਇਦਾ ਨਹੀਂ ਦੇਣਾ ਹੈਗਾ। ਗੱਭਣ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਜੇ ਗੱਭਣ ਹੋ ਕੇ ਸੂ ਵੀ ਪੈਂਦੇ ਆ ਤਾਂ ਉਹਨਾਂ ਨੇ ਪੂਰਾ ਦੁੱਧ ਨਹੀਂ ਦੇਣਾ ਹੈਗਾ। ਸੋ ਖੂਨ ਦੀ ਕਮੀ ਵੱਲ ਵੀ ਅਸੀਂ ਪਰਹੇਜ਼ ਦੇ ਤੌਰ 'ਤੇ ਧਿਆਨ ਦੇਈਏ। ਪ੍ਰੀਵੈਂਟਿਵ ਤੌਰ 'ਤੇ ਹੀ ਅਸੀਂ ਆਪਣੇ ਪਸ਼ੂਆਂ ਦਾ 20 ਤੋਂ 30 ਰੁਪਏ ਲੱਗਦੇ ਆ, ਵੱਧ ਤੋਂ ਵੱਧ 50 ਰੁਪਏ ਤੋਂ ਵੱਧ ਕਿਤੇ ਨਹੀਂ ਲੱਗਦੇ ਇੱਕ ਪਸ਼ੂ ਦਾ ਖੂਨ ਟੈਸਟ ਕਰਾਉਣ ਦੇ। ਸੋ ਇਸ ਕਰਕੇ ਅਸੀਂ ਖੂਨ ਜ਼ਰੂਰ ਟੈਸਟ ਕਰਾਈਏ ਪਸ਼ੂਆਂ ਦਾ, ਤਾਂ ਕਿ ਸਾਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਸਕੇ ਵੀ ਸਾਡਾ ਪਸ਼ੂ ਕਿੱਥੇ ਖੜਾ। ਜਿਹੜੀਆਂ ਵੀ ਰਿਪੋਰਟਾਂ ਤੁਸੀਂ ਕਰਾ ਰਹੇ ਹੋ ਇਹਨਾਂ ਨੂੰ ਸੰਭਾਲ ਕੇ ਜ਼ਰੂਰ ਰੱਖੋ, ਤਾਂ ਕਿ 3-4 ਮਹੀਨੇ ਬਾਅਦ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਪਤਾ ਲੱਗੇ ਵੀ ਸਾਡਾ ਜਿਹੜਾ ਪਸ਼ੂ ਹੈ ਪਿਛਲੇ ਵਾਰੀ ਉਹਨੂੰ ਕਿੰਨੀ ਸਮੱਸਿਆ ਆਈ ਸੀ ਅਤੇ ਕੀ ਪ੍ਰੋਬਲਮ ਸੀ। ਇਸ ਤੋਂ ਇਲਾਵਾ ਮੈਂ ਅਖੀਰ 'ਤੇ ਇਹੀ ਕਹੂੰਗਾ ਜੀ ਵੀ ਸੰਤੁਲਿਤ ਖੁਰਾਕ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਐਂਟੀਬਾਇਓਟਿਕ ਅਤੇ ਹਾਰਮੋਨ ਦੀ ਵਰਤੋਂ ਹੌਲੀ ਹੌਲੀ ਆਪਾਂ ਜਿੰਨਾ ਹੋ ਸਕਦਾ ਘੱਟ ਕਰੀਏ। ਔਰ ਜਿਹੜੀਆਂ ਸਾਡੀਆਂ ਆਲਟਰਨੇਟਿਵ ਪੈਥੀਜ਼ ਨੇ, ਜਿਵੇਂ ਗੌਰਮੈਂਟ ਆਫ ਇੰਡੀਆ ਵੀ ਸਿਫਾਰਿਸ਼ ਕਰਦੀ ਹੈ, ਐਥਨੋ ਵੈਟਨਰੀ ਮੈਡੀਸਨਜ਼ ਨੇ, ਜਿਵੇਂ ਆਮਲਾ ਅਤੇ ਹਲਦੀ ਆਪਾਂ ਗੱਲ ਕੀਤੀ ਸੀ, ਹੋਮਿਓਪੈਥਿਕ ਡਰੱਗਸ ਨੇ, ਇਲੈਕਟ੍ਰੋ ਹੋਮਿਓਪੈਥਿਕ ਨੇ, ਇਹਨਾਂ ਦੀ ਵਰਤੋਂ ਵਧਾਈਏ ਤਾਂ ਕਿ ਸਾਡਾ ਖਰਚਾ ਵੀ ਘੱਟ ਸਕੇ, 2 ਪੈਸੇ ਬਚਣ ਵੀ, ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵਧੇ, ਦੁੱਧ ਜਿਹੜਾ ਹੈਗਾ ਉਹਦੀ ਕੁਆਲਿਟੀ ਵੀ ਵਧੇ। ਕਿਉਂਕਿ ਜਿਹੜਾ FSSAI ਦਾ ਐਕਟ ਹੈ ਜਿਹੜਾ ਹੁਣ 1 ਜੂਨ ਤੋਂ ਲਾਗੂ ਹੋਣਾ ਸੀ, ਇਹ ਬੜੀ ਸਖਤੀ ਨਾਲ, ਭਾਵੇਂ ਕਰੋਨਾ ਕਰਕੇ ਲੇਟ ਹੋ ਗਿਆ, 1 ਜਨਵਰੀ 2021 ਤੋਂ ਲਾਗੂ ਹੋ ਜਾਣਾ ਇਹ। ਇਸ ਕਰਕੇ ਉਦੋਂ ਜਿਹੜਾ ਹੈਗਾ ਸਾਡਾ ਦੁੱਧ ਹੈ ਕੁਆਲਿਟੀ ਪੱਖੋਂ ਸਾਨੂੰ ਹੋਰ ਜ਼ਿਆਦਾ ਕੌਨਸ਼ੀਅਸ ਹੋਣਾ ਪਊਗਾ। ਬਾਕੀ ਦੇਖੋ ਰੇਟ ਵਾਸਤੇ ਤਾਂ ਸਾਡਾ ਹਮੇਸ਼ਾ ਜਿਹੜਾ ਹੈਗਾ ਸਾਡਾ ਜਿਹੜਾ ਸਟਰਗਲ ਹੈ ਉਹ ਚੱਲਦਾ ਹੀ ਰਹਿਣਾ ਹੈਗਾ, ਉਹ ਸੰਘਰਸ਼ ਜਿਹੜਾ ਚੱਲਦਾ ਹੀ ਰਹਿਣਾ, ਕਿਉਂਕਿ ਰੇਟ ਵਾਕਈ ਰੇਟ ਦੀ ਹਰ ਜਗ੍ਹਾ 'ਤੇ ਪਸ਼ੂ ਪਾਲਕ ਸ਼ਿਕਾਇਤ ਕਰਦੇ ਹੈ ਵੀ ਦੁੱਧ ਦੇ ਰੇਟ ਦੀ ਬਹੁਤ ਸਮੱਸਿਆ ਆ ਰਹੀ ਹੈ। ਬਾਕੀ ਦੇਖੋ ਸਟਾਕਸ ਮੈਂ ਪਹਿਲਾਂ ਵੀ ਕਿਹਾ ਸੀ ਸਾਡੇ ਕੋਲ ਬਹੁਤ ਸਾਰੇ ਇਕੱਠੇ ਹੋ ਗਏ। ਤਿਉਹਾਰਾਂ ਦਾ ਸੀਜ਼ਨ ਇਸ ਵਾਰ ਬਹੁਤ ਵੱਡਾ ਉਹ ਹੋਏਗਾ, ਇਹ ਫੈਸਲਾ ਕਰੇਗਾ ਵੀ ਜਿਹੜਾ ਆਉਣ ਵਾਲਾ ਸਮਾਂ ਸਾਡਾ ਡੇਅਰੀ ਦੇ ਧੰਦੇ ਵਾਸਤੇ ਕਿੱਦਾਂ ਹੋਏਗਾ। ਬਾਕੀ ਜੇ ਕੋਈ ਸਵਾਲ ਹੋਵੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਬਾਕੀ ਜਿਹੜਾ ਤੁਹਾਡੇ ਨੇੜੇ ਦਾ ਪਸ਼ੂ ਪਾਲਣ ਵਿਭਾਗ ਦਾ ਮਾਹਰ ਹੈ ਉਹਦੇ ਨਾਲ ਜੁੜੇ ਰਹੋ। ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਖੁਰਾਕੀ ਮਾਹਰ ਨੇ, ਉਹਨਾਂ ਨਾਲ ਜੁੜੇ ਰਹੋ। ਰੈਗੂਲਰਲੀ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੇ ਸੈਮੀਨਾਰ ਕਰਾਏ ਜਾ ਰਹੇ ਹੈ, ਵੈਬੀਨਾਰ ਜਿਹੜੇ ਕਰਾਏ ਜਾ ਰਹੇ ਹੈ, ਉਹ ਸਾਡੀ ਐਨੀਮਲ ਹਸਬੈਂਡਰੀ ਪੰਜਾਬ ਦਾ ਜਿਹੜਾ YouTube ਚੈਨਲ ਹੈ ਤੁਸੀਂ ਉਹ ਵੀ ਸਬਸਕ੍ਰਾਈਬ ਕਰ ਸਕਦੇ ਹੋ। ਮੇਰਾ ਆਪਣਾ ਜਿਹੜਾ YouTube ਚੈਨਲ ਹੈ ਮੇਰੇ ਨਾਮ 'ਤੇ ਜਿਹੜਾ ਬਣਿਆ ਹੋਇਆ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇੱਥੇ ਤੁਹਾਨੂੰ ਰੈਗੂਲਰਲੀ ਜਿਹੜੀ ਅਪਡੇਟਡ ਹੈ ਉਹ ਜਾਣਕਾਰੀ ਮਿਲਦੀ ਰਹੂਗੀ। ਬਾਕੀ ਹੁਣ ਇਹਦੇ ਵਿਸ਼ੇ ਬਾਰੇ ਕੋਈ ਵੀ ਹੋਰ ਸਵਾਲ ਹੋਵੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਬਾਕੀ ਅਖੀਰ 'ਤੇ ਮੈਂ ਇਹ ਕਹੂੰਗਾ ਜੀ ਵੀ ਜਿਹੜੀ ਇਹ ਸਮੱਸਿਆ ਆ ਰਹੀ ਹੈ ਸਾਡੀ, ਇਹ 'ਚ ਤੁਸੀਂ ਨਾਲ ਦੀ ਨਾਲ ਜਦੋਂ ਸਮੱਸਿਆ ਆਉਂਦੀ ਹੈ ਆਪਣੇ ਮਾਹਰ ਦੇ ਨਾਲ ਜੁੜੇ ਰਹੋ। ਔਰ ਪਸ਼ੂਆਂ ਦੇ ਵਿੱਚ ਰਿੰਗਣ ਨੂੰ ਨਾੜੀ ਇੱਕੋ ਤਾਰਾਂ ਨਾਲ ਹੀ ਧਾਰਾਂ ਨੇ, ਤਾਰਾਂ ਨਾਲ ਹੀ ਧਾਰਾਂ ਨੇ। ਸਾਡੇ ਗੁਰੂ ਡਾਕਟਰ ਸੋਤਾ ਜੀ ਕਹਿੰਦੇ ਹੁੰਦੇ ਆ ਤਾਰਾਂ ਨਾਲ ਹੀ ਧਾਰਾਂ ਨੇ। ਜੇ ਤਾਰਾਂ ਸਾਫ਼ ਸੁਥਰੀਆਂ ਨੇ, ਸਹੀ ਨੇ ਤਾਂ ਟੀਕਾ ਭਰਾਓ ਜੀ। ਕੋਈ ਹੋਰ ਸਵਾਲ ਹੋਵੇ ਜੀ ਮੈਨੂੰ WhatsApp ਕਰ ਸਕਦੇ ਹੋ। ਸੋ ਗੱਲਬਾਤ ਆਪਣੀ ਚੱਲਦੀ ਰਹੂਗੀ ਜੀ। ਸਾਰਿਆਂ ਦਾ ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।